ਕਿਸ਼ਤ 121ਵੀਂ। ਅਗਲੀ ਤਾਰੀਖ ਵਿੱਚ ਕੁਝ ਦਿਨਾਂ ਦਾ ਸਮਾਂ ਰਹਿੰਦਾ ਸੀ। ਸ਼ਾਇਦ ਜੱਜ ਨੇ 10 ਦਿਨ ਦਾ ਸਮਾਂ ਤਾਂ ਹੀ ਦਿੱਤਾ ਸੀ ਕਿ ਜੇਕਰ ਮੀਡੀਏਸ਼ਨ ਵਿੱਚ ਸਮਝੌਤਾ ਹੋਣ ਵਿੱਚ 2-4 ਦਿਨ ਲੱਗ ਵੀ ਜਾਣ ਤਾਂ ਉਹ ਆਪਣੀ ਨਿਸ਼ਚਿਤ ਤਾਰੀਖ 'ਤੇ ਫੈਸਲਾ ਸੁਣਾ ਸਕੇ। ਮੀਡੀਏਸ਼ਨ ਮੁਖੀ ਨੇ ਤਾਂ ਆਪਣੀ ਸਮਝ ਮੁਤਾਬਕ ਆਪਣਾ ਫੈਸਲਾ ਸੁਣਾ ਦਿੱਤਾ ਸੀ, ਪਰ ਮੇਰੇ ਲਈ ਇਹਨਾਂ ਦਿਨਾਂ ਨੂੰ ਲੰਘਾਉਣਾ ਅੱਗ ਦਾ ਸਮੁੰਦਰ ਪਾਰ ਕਰਨ ਦੇ ਬਰਾਬਰ ਹੋਇਆ ਪਿਆ ਸੀ। ਇਹ ਇਹੋ ਜਿਹੀ ਸਥਿਤੀ ਸੀ ਕਿ ਇੱਕ ਹਾਲਤ ਵਿੱਚ ਤਾਂ ਮੈਂ ਘੱਟੋ ਘੱਟ 5-6 ਸਾਲਾਂ ਲਈ ਅਦਾਲਤਾਂ ਦੇ ਧੱਕੇ ਖਾਣੇ ਹੀ ਖਾਣੇ ਸਨ ਤੇ ਦੂਜੀ ਹਾਲਤ ਵਿੱਚ ਮੇਰਾ ਕੇਸ ਉਸੇ ਦਿਨ ਹੀ ਨਿਬੜ ਜਾਣਾ ਸੀ। ਮੈਂ ਇਹਨਾਂ ਦੋਵਾਂ ਪਰਿਸਥਿਤੀਆਂ ਵਿਚਲੇ ਇੰਨੇ ਜ਼ਿਆਦਾ ਫਰਕ ਨੂੰ ਮਹਿਸੂਸ ਕਰਕੇ ਬਹੁਤ ਹੀ ਫਿਕਰਮੰਦ ਹੋ ਜਾਂਦਾ ਸਾਂ। ਆਪਣੀ ਬਣਦੀ ਜਗ੍ਹਾ ਉੱਤੇ ਬਣਿਆ ਵੱਡਾ ਸਾਰਾ ਰੈਂਪ ਵੀ ਮੇਰੇ ਦਿਲ ਨੂੰ ਡੋਬੂ ਪਾਉਣ ਲੱਗ ਪਿਆ ਸੀ। ਮਨ ਵਿੱਚ ਆਉਣ ਲੱਗਾ ਕਿ ਜੇ ਇਹ ਰੈਂਪ ਨਾ ਬਣਦਾ ਤਾਂ ਮੈਨੂੰ ਆਪਣਾ ਕੇਸ ਹਾਰ ਜਾਣ ਦੀ ਸੂਰਤ ਵਿੱਚ ਪਤਾ ਹੀ ਨਹੀਂ ਸੀ ਲੱਗਣਾ ਕਿ ਕਿੰਨੀ ਜਗ੍ਹਾ ਮੇਰੀ ਹੈ ਤੇ ਮੈਂ ਕਿੰਨੀ ਕੁ ਜਗ੍ਹਾ ਦਾ ਕੇਸ ਹਾਰਿਆ ਹਾਂ। ਇਹ ਰੈਂਪ ਮੈਨੂੰ ਹਰ ਰੋਜ਼ ਯਾਦ ਕਰਵਾਉਣ ਲੱਗ ਪਿਆ ਸੀ ਕਿ ਤੂੰ ਇਸ ਜਗ੍ਹਾ ਲਈ ਲੜਨਾ ਹੈ। ਇਹ ਮੇਰੇ ਜ਼ਖਮਾਂ ਉੱਤੇ ਲੂਣ ਹੀ ਨਹੀਂ, ਮਿਰਚਾਂ ਭੁੱਕਣ ਵਾਲੀ ਗੱਲ ਵੀ ਹੁੰਦੀ ਸੀ। ਉਡੀਕਦਿਆਂ ਨੂੰ ਅਦਾਲਤ ਦੁਆਰਾ ਮੁਕੱਦਮੇ ਨੂੰ ਸਟੇ ਕਰਨ ਜਾਂ ਨਾ ਕਰਨ ਦਾ ਫੈਸਲਾ ਸੁਣਾਉਣ ਦਾ ਦਿਨ ਆ ਗਿਆ। ਸਾਨੂੰ ਆਵਾਜ਼ ਵੱਜਣ ਤੋਂ ਬਾਅਦ ਵਕੀਲਾਂ ਨਾਲ ਮਾੜੀ ਮੋਟੀ ਗੱਲ ਕਰਨ ਉਪਰੰਤ ਜੱਜ ਬੋਲੀ, ਇਸ ਕੇਸ ਨੂੰ ਆਪਸੀ ਸਹਿਮਤੀ ਲਈ ਮੀਡੀਏਸ਼ਨ ਸੈੱਲ ਵਿੱਚ ਭੇਜਿਆ ਗਿਆ ਸੀ, ਪਰ ਸਮਝੌਤਾ ਨਹੀਂ ਹੋ ਸਕਿਆ ਹੈ। ਅਦਾਲਤ ਪੇਸ਼ ਕੀਤੇ ਗਏ ਸਬੂਤਾਂ ਅਤੇ ਤੱਥਾਂ ਦੇ ਆਧਾਰ 'ਤੇ ਇਸ ਸਿੱਟੇ 'ਤੇ ਪੁੱਜੀ ਹੈ ਕਿ ਗੁਰਨੇਕ ਸਿੰਘ ਦੁਆਰਾ ਪੇਸ਼ ਕੀਤੇ ਗਏ ਤੱਥ ਸੱਚਾਈ ਦੇ ਜ਼ਿਆਦਾ ਨੇੜੇ ਹਨ ਅਤੇ ਬਚਾਅ ਧਿਰ ਆਪਣੇ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਦਸਤਾਵੇਜ਼ਾਂ ਵਿੱਚ ਆਪਣੀ ਮਾਲਕੀ ਨੂੰ ਦਰਸਾਉਂਦੇ ਅਸਲ ਤੱਥ ਅਤੇ ਸਬੂਤ ਪੇਸ਼ ਕਰਨ ਵਿੱਚ ਅਸਮਰੱਥ ਰਹੀ ਹੈ। ਬਚਾਅ ਧਿਰ ਵੱਲੋਂ ਆਪਣੀ ਮਾਲਕੀ ਦਰਸਾਉਂਦੇ ਖਸਰਾ ਨੰਬਰ ਅਤੇ ਸੰਬੰਧਿਤ ਜਗ੍ਹਾ ਦੇ ਨਕਸ਼ੇ ਨੂੰ ਵੀ ਠੀਕ ਢੰਗ ਨਾਲ ਪੇਸ਼ ਨਹੀਂ ਕੀਤਾ ਜਾ ਸਕਿਆ ਹੈ। ਇਸ ਲਈ ਅਦਾਲਤ ਦੇ ਅਗਲੇ ਹੁਕਮਾਂ ਤੱਕ ਸੰਬੰਧਿਤ ਜਗ੍ਹਾ ਉੱਤੇ ਇਤਰਾਜ਼ ਵਾਲੀ ਧਿਰ ਦੇ ਸ਼ੰਕਿਆਂ ਨੂੰ ਸਹੀ ਮੰਨਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਇਤਰਾਜ਼ ਵਾਲੀ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਹੈ। ਕਿਸ਼ਤ 122ਵੀਂ। ਦੋਵੇਂ ਵਕੀਲ ਤਾਂ ਇਸ ਫੈਸਲੇ ਨੂੰ ਸੁਣ ਕੇ ਕਮਰੇ ਵਿੱਚੋਂ ਬਾਹਰ ਨਿਕਲ ਗਏ ਸਨ, ਪਰ ਮੈਨੂੰ ਪਤਾ ਨਹੀਂ ਕੀ ਹੋ ਗਿਆ ਸੀ ਕਿ ਮੈਂ ਉੱਥੇ ਹੀ ਪੱਥਰ ਜਿਹਾ ਬਣ ਕੇ ਖਲੋ ਗਿਆ ਸਾਂ। ਮੈਂ ਪੂਰੀ ਤਰ੍ਹਾਂ ਨਿਡਰ ਤੇ ਬੇਝਿਜਕ ਹੋ ਕੇ ਜੱਜ ਨੂੰ ਪੁੱਛ ਹੀ ਲਿਆ, ਸਰ, ਜੇ ਕੋਈ ਗਲਤ ਨਕਸ਼ਾ ਤੇ ਗਲਤ ਦਸਤਾਵੇਜ਼ ਪੇਸ਼ ਕਰਕੇ ਸਟੇ ਲੈ ਲਵੇ ਤਾਂ ਕੀ ਉਸ 'ਤੇ ਕੇਸ ਦਰਜ ਹੋ ਸਕਦਾ ਹੈ? ਉਹ ਇੱਕਦਮ ਤਾਂ ਮੇਰੇ ਇਸ ਅਣਕਿਆਸੇ ਸਵਾਲ ਕਾਰਨ ਹੈਰਾਨੀ ਵਿੱਚ ਖਾਮੋਸ਼ ਜਿਹੀ ਹੀ ਰਹੀ ਤੇ ਕੋਈ ਸੋਚਣ ਲੱਗ ਪਈ। ਅੱਧੇ ਕੁ ਮਿੰਟ ਬਾਅਦ ਮੇਰੇ ਚਿਹਰੇ ਵੱਲ ਗੌਰ ਨਾਲ ਝਾਕਦੀ ਹੋਈ ਬੋਲੀ, ਤੁਸੀਂ ਕੀ ਕੰਮ ਕਰਦੇ ਹੋ? ਮੈਂ ਅਧਿਆਪਕ ਹਾਂ ਸਰ, ਮੈਂ ਸੰਖੇਪ ਜਿਹਾ ਉੱਤਰ ਦਿੱਤਾ ਸੀ। ਅਜਿਹੀ ਸਲਾਹ ਅਦਾਲਤ ਨਹੀਂ ਦਿੰਦੀ। ਇਹਨਾਂ ਸਲਾਹਾਂ ਲਈ ਵਕੀਲ ਹਨ। ਪਲੀਜ਼ ਤੁਸੀਂ ਆਪਣੇ ਵਕੀਲ ਨਾਲ ਸਲਾਹ ਕਰੋ। ਜੇ ਉਸ ਤੋਂ ਤੁਹਾਡੀ ਤਸੱਲੀ ਨਹੀਂ ਹੁੰਦੀ ਤਾਂ ਤੁਸੀਂ ਕਿਸੇ ਹੋਰ ਵਕੀਲ ਦੀ ਸਲਾਹ ਲੈ ਲਵੋ। ਅਦਾਲਤ ਦਾ ਕੰਮ ਫੈਸਲੇ ਕਰਨਾ ਹੈ, ਸਲਾਹ ਦੇਣਾ ਨਹੀਂ। ਤੁਸੀਂ ਪੜ੍ਹੇ ਲਿਖੇ ਹੋ, ਸ਼ਾਇਦ ਸਮਝ ਹੀ ਗਏ ਹੋਵੋਗੇ। ਜੱਜ ਨੇ ਮੈਨੂੰ ਆਖਿਆ ਤੇ ਆਖਰੀ ਸ਼ਬਦ ਬੋਲਣ ਵੇਲੇ ਉਸ ਨੇ ਆਪਣੇ ਸਿਰ ਦੇ ਇਸ਼ਾਰੇ ਨਾਲ ਮੈਨੂੰ ਬਾਹਰ ਜਾਣ ਦਾ ਹੁਕਮ ਵੀ ਕਰ ਦਿੱਤਾ ਸੀ। ਮੈਂ ਚੁੱਪਚਾਪ ਅਦਾਲਤ ਦੇ ਕਮਰੇ ਵਿੱਚੋਂ ਬਾਹਰ ਆ ਗਿਆ ਸਾਂ। ਅਦਾਲਤ ਦੇ ਕਮਰੇ ਤੋਂ ਲੈ ਕੇ ਵਕੀਲ ਦੇ ਚੈਂਬਰ ਤੱਕ ਜਾਣ ਵੇਲੇ ਮੇਰੇ ਕਦਮ ਪੂਰੀ ਤਰ੍ਹਾਂ ਡਗਮਗਾ ਰਹੇ ਸਨ। ਮੈਂ ਚੈਂਬਰ ਵਿੱਚ ਜਾਂਦੇ ਹੀ ਵਕੀਲ ਨੂੰ ਉਲਾਂਭਾ ਦੇ ਮਾਰਿਆ,
ਆਪਣਾ ਕੇਸ ਤਿਆਰ ਕਰਨ ਵਿੱਚ ਹੀ ਕਈ ਕਮੀਆਂ ਰਹਿ ਗਈਆਂ ਸੀ, ਇਸੇ ਲਈ ਉਹਨਾਂ ਨੂੰ ਸਟੇ ਮਿਲ ਗਿਆ। ਉੱਥੇ 2 ਵਕੀਲ ਹੋਰ ਵੀ ਆਏ ਬੈਠੇ ਸਨ। ਉਹ ਸਮਝ ਗਏ ਸਨ ਕਿ ਇਹਨਾਂ ਦਾ ਮਸਲਾ ਫਸਿਆ ਹੋਇਆ ਹੈ। ਉਹਨਾਂ ਨੇ ਸੰਬੰਧਿਤ ਜੱਜ ਅਤੇ ਦੂਜੀ ਧਿਰ ਦੇ ਵਕੀਲ ਬਾਰੇ ਜਾਣਕਾਰੀ ਲਈ ਤੇ ਇੱਕ ਜਣਾ ਹੱਸ ਕੇ ਬੋਲਿਆ, ਸਟੇ ਤਾਂ ਦੇਣਾ ਹੀ ਸੀ, ਜੱਜ ਤਾਂ ਆਪ ਉਸ ਵਕੀਲ ਤੋਂ ਡਰੀ ਜਾਂਦੇ ਨੇ। ਮੈਂ ਹੈਰਾਨ ਹੁੰਦੇ ਹੋਏ ਪੁੱਛਿਆ, ਵਕੀਲ ਤੋਂ ਕਿਉਂ ਡਰੀ ਜਾਂਦੇ ਨੇ? ਉਹ ਜਿਹੜਾ ਵਕੀਲ ਆ ਨਾ, ਬਾਰ ਐਸੋਸੀਏਸ਼ਨ ਦਾ ਪ੍ਰਮੁੱਖ ਅਹੁਦੇਦਾਰ ਆ, ਚੱਲਦਾ ਪੁਰਜਾ। ਜੱਜ ਨੂੰ ਵੀ ਪਤਾ ਕਿ ਉਸ ਵਿਰੁੱਧ ਹੜਤਾਲ ਕਰਵਾਉਣ ਵਿੱਚ ਉਸ ਦਾ ਅਹਿਮ ਯੋਗਦਾਨ ਸੀ। ਇਸ ਲਈ ਉਸ ਵਾਲੇ ਕੇਸਾਂ 'ਤੇ ਤਾਂ ਸਟੇ ਕਰ ਕਰਕੇ 3 ਜੱਜਾਂ ਵੱਲੋਂ ਉਸ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਉਹ ਆਪਣੀਆਂ ਕੀਤੀਆਂ ਗਲਤੀਆਂ ਸੁਧਾਰ ਸਕਣ। ਉਸ ਵਕੀਲ ਨੇ ਪੂਰੀ ਦ੍ਰਿੜਤਾ ਨਾਲ ਆਖਿਆ ਸੀ। ਮੈਨੂੰ ਲੱਗਾ ਕਿ ਇਹ ਵਕੀਲ ਉਸ ਦਾ ਵਿਰੋਧੀ ਸੀ। ਇੰਨੇ ਨੂੰ ਦੂਜਾ ਵਕੀਲ ਵੀ ਬੋਲ ਪਿਆ, ਹੁਣ ਤਾਂ ਜੱਜ ਇੰਨੇ ਡਰੇ ਹੋਏ ਨੇ ਕਿ ਉਹ ਹਰ ਕੇਸ ਵਿੱਚ ਹੀ ਸਟੇ ਤੇ ਸਟੇ ਦੇਈ ਜਾਂਦੇ ਨੇ। ਇਹ 3 ਤਾਂ ਬਾਹਲੀਆਂ ਹੀ ਡਰੀਆਂ ਫਿਰਦੀਆਂ ਨੇ। ਤੇਰੇ ਕੇਸ ਵਾਲੀ ਤਾਂ ਅਜੇ ਵਿਆਹੀ ਵੀ ਨਹੀਂ। ਉਸ ਨੂੰ ਤਾਂ ਆਪਣੇ ਵਿਆਹ ਦੀ ਵੀ ਚਿੰਤਾ ਹੋਵੇਗੀ ਤੇ ਉੱਪਰੋਂ ਹੜਤਾਲ ਦੀ ਵੀ। ਉੱਧਰੋਂ ਉਹਨੂੰ ਘਰ ਦੇ ਆਖਦੇ ਹੋਣੇ ਆ ਕਿ ਤੂੰ ਇਸ ਝੰਜਟ ਵਿੱਚੋਂ ਕੀ ਲੈਣਾ ਹੈ, ਠੋਕੀ ਚੱਲ ਸਟੇ ਤੇ ਸਟੇ। ਦੂਜੇ ਵਕੀਲ ਵੀ ਉਸ ਦੀ ਗੱਲ ਸੁਣ ਕੇ ਖਿੜਖੜਾ ਕੇ ਹੱਸ ਪਏ ਸਨ। ਕਿਸ਼ਤ 123ਵੀਂ। ਵਕੀਲਾਂ ਦਾ ਇਹ ਹਾਸਾ ਮੇਰੇ ਲਈ ਤਾਂ ਚਿੜੀਆਂ ਦਾ ਮਰਨ ਤੇ ਗਵਾਰਾਂ ਦਾ ਹਾਸਾ ਹੋਇਆ ਪਿਆ ਸੀ। ਉਹਨਾਂ ਲਈ ਤਾਂ ਇਹ ਸਭ ਕੁਝ ਅਦਾਲਤਾਂ ਵਿੱਚ ਹੋਣ ਵਾਲਾ ਇੱਕ ਆਮ ਜਿਹਾ ਵਰਤਾਰਾ ਸੀ, ਪਰ ਮੈਨੂੰ ਆਪਣਾ ਆਪ ਅਗਲੇ 7-8 ਸਾਲ ਲਈ ਇਸ ਮੱਕੜ ਜਾਲ ਵਿੱਚ ਫਸਿਆ ਹੋਇਆ ਨਜ਼ਰੀ ਆਉਣ ਲੱਗ ਪਿਆ ਸੀ। ਇਹ ਵੀ ਪਤਾ ਨਹੀਂ ਸੀ ਕਿ ਮੈਂ ਇਸ ਵਿੱਚੋਂ ਸਫਲਤਾਪੂਰਵਕ ਨਿਕਲ ਵੀ ਸਕਾਂਗਾ ਕਿ ਨਹੀਂ। ਮੈਂ ਆਪਣਾ ਹੌਸਲਾ ਇਕੱਠਾ ਕਰਕੇ ਪੁੱਛਿਆ, ਜੱਜ ਵੀ ਡਰ ਜਾਂਦੇ ਨੇ? ਕਿਉਂ, ਉਹ ਬੰਦੇ ਨਹੀਂ ਕਿ ਉਹ ਰੋਟੀ ਦੀ ਜਗ੍ਹਾ ਕੁਝ ਹੋਰ ਖਾਂਦੇ ਆ? ਹੁਣ ਤਾਂ ਉਹਨਾਂ ਦੀ ਇੰਨੀ ਟੌਰ ਆ, ਚਾਰੇ ਪਾਸਿਓਂ ਸਲਾਮਾਂ ਹੁੰਦੀਆਂ। ਉਹ ਵੀ ਜਾਣਦੇ ਆ ਜੇ ਐਵੇਂ ਕਿਸੇ ਲੰਡੂ ਜਿਹੇ ਕੇਸ ਵਿੱਚ ਹਾਈ ਕੋਰਟ ਨੇ ਤਾਕਤਾਂ ਖੋਹ ਲਈਆਂ ਤਾਂ ਉਹਨਾਂ ਨੂੰ ਇੱਥੇ ਕਿਸੇ ਨੇ ਬੇਰਾਂ ਵੱਟੇ ਨਹੀਂ ਪੁੱਛਣਾ। ਸ਼ਰਮ ਦੇ ਮਾਰਿਆਂ ਤੋਂ ਉਹਨਾਂ ਤੋਂ ਵਕਾਲਤ ਵੀ ਨਹੀਂ ਹੋਣੀ। ਕੁਰਸੀ ਹੈ ਤਾਂ ਉਹ ਹਨ, ਨਹੀਂ ਤਾਂ ਇੱਥੇ ਸਭ ਕੁਝ ਆਮ ਜਨਤਾ ਹੀ ਹੈ। ਇਸੇ ਲਈ ਉਹ ਹੋਰ ਉਲਝਣ ਤੋਂ ਬਚਣ ਲਈ ਇਹ 3 ਜਣੀਆਂ ਤਾਂ ਸਟੇਆਂ ਦੇ ਸਟੇ ਦੇ ਢੇਰ ਲਾਈ ਜਾਂਦੀਆਂ। ਵਕੀਲ ਖੁਸ਼, ਆਪ ਖੁਸ਼, ਨਾਲੇ ਬਾਪ ਖੁਸ਼। ਫਿਰ ਆਮ ਜਨਤਾ ਜਾਵੇ ਢੱਠੇ ਖੂਹ ਵਿੱਚ। ਮੈਂ ਨਿਰਾਸ਼ ਜਿਹੀ ਆਵਾਜ਼ ਵਿੱਚ ਵਕੀਲ ਦੀ ਤਗ ਨਾਲ ਤਗ ਜੋੜ ਦਿੱਤੀ ਸੀ। ਓਏ ਆਮ ਲੋਕਾਂ ਨੂੰ ਕੌਣ ਪੁੱਛਦਾ ਇੱਥੇ, ਸਭ ਆਪਣੀ ਖੱਲ ਬਚਾਉਣ ਵਿੱਚ ਲੱਗੇ ਹੋਏ ਆ। ਮੇਰਾ ਵਕੀਲ ਹੌਕਾ ਜਿਹਾ ਲੈ ਕੇ ਮੇਰੇ ਨਾਲ ਹਮਦਰਦੀ ਜਤਾਉਣ ਦੇ ਅੰਦਾਜ਼ ਵਿੱਚ ਬੋਲਿਆ ਸੀ। ਇੱਕ ਹੋਰ ਵੱਡੀ ਅਸਫਲਤਾ ਆਪਣੇ ਘਰਦਿਆਂ ਨੂੰ ਸੁਣਾਉਣ ਲਈ ਮੈਂ ਮਨੋਂ ਤਿਆਰ ਨਹੀਂ ਸਾਂ ਹੋਇਆ। ਮੇਰਾ ਦਿਲ ਘਰ ਜਾਣ ਨੂੰ ਨਹੀਂ ਕਰ ਰਿਹਾ ਸੀ, ਪਰ ਜਾਣਾ ਤਾਂ ਪੈਣਾ ਹੀ ਸੀ। ਮੈਂ ਬੜੇ ਬੋਝਲ ਜਿਹੇ ਕਦਮਾਂ ਨਾਲ ਬਾਹਰ ਵੱਲ ਨੂੰ ਤੁਰ ਪਿਆ। ਬਾਹਰ ਖੜ੍ਹਾ ਮੋਟਰਸਾਈਕਲ ਸਟਾਰਟ ਕਰਕੇ ਮੈਂ ਕਚਹਿਰੀ ਦੀ ਇਮਾਰਤ ਅਤੇ ਵੱਡੇ ਸਾਰੇ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਘੂਰ ਕੇ ਵੇਖਿਆ। ਮੇਰਾ ਮਨ ਇਨਸਾਫ ਦੇ ਇਸ ਮੰਦਰ ਪ੍ਰਤੀ ਘਿਰਣਾ ਨਾਲ ਭਰ ਗਿਆ। ਮੈਨੂੰ ਪਤਾ ਹੀ ਨਾ ਲੱਗਾ ਕਿ ਮੈਂ ਪੂਰੀ ਨਫ਼ਰਤ ਨਾਲ ਉਸ ਦਰਵਾਜ਼ੇ ਵੱਲ ਕਦੋਂ ਥੁੱਕ ਦਿੱਤਾ ਅਤੇ ਮਨ ਹੀ ਮਨ ਹਰ ਗੰਦੀ ਗਾਲ ਵੀ ਕੱਢ ਦਿੱਤੀ ਸੀ। ਫਿਰ ਮੈਂ ਮੋਟਰਸਾਈਕਲ ਘਰ ਵੱਲ ਨੂੰ ਸਿੱਧਾ ਕਰ ਲਿਆ। ਜਰਨੈਲੀ ਸੜਕ ਉੱਤੇ ਮੇਰਾ ਮੋਟਰਸਾਈਕਲ ਜੂੰ ਦੀ ਤੋਰ ਤੁਰ ਰਿਹਾ ਸੀ। ਮੇਰਾ ਮਨ ਇੰਨਾ ਜ਼ਿਆਦਾ ਉਚਾਟ ਤੇ ਉਖੜਿਆ ਹੋਇਆ ਸੀ ਕਿ ਮੈਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕਿੱਧਰ ਨੂੰ ਜਾ ਰਿਹਾ ਹਾਂ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪਿਆ ਸੀ ਕਿ ਜਿਵੇਂ ਮੇਰਾ ਦਿਮਾਗ ਕੰਮ ਕਰਨੋਂ ਹਟ ਗਿਆ ਹੈ। ਕਿਸ਼ਤ
124ਵੀਂ। ਪਿਛਲੇ ਕੁਝ ਦਿਨਾਂ ਵਿੱਚ ਬੀਤੀਆਂ ਇਹਨਾਂ ਘਟਨਾਵਾਂ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਜਦ ਅਦਾਲਤਾਂ ਵਿੱਚ ਵੀ ਇਨਸਾਫ ਨਹੀਂ ਮਿਲਣਾ ਤੇ ਨਿਆਂ ਵਾਲੀ ਕੁਰਸੀ ਉੱਤੇ ਬੈਠੇ ਜੱਜਾਂ ਨੂੰ ਵੀ ਆਪਣੀ ਹੀ ਚਿੰਤਾ ਹੈ, ਤਾਂ ਫਿਰ ਮੈਂ ਇੱਕ ਸਧਾਰਨ ਜਿਹਾ ਬੰਦਾ ਕੀ ਕਰ ਸਕਦਾ ਸਾਂ। ਪੁਲਿਸ ਵਿਭਾਗ ਬਾਰੇ ਤਾਂ ਮੈਨੂੰ ਪਹਿਲਾਂ ਹੀ ਪੂਰਾ ਗਿਆਨ ਹੋ ਚੁੱਕਾ ਸੀ, ਪਰ ਅਦਾਲਤਾਂ ਵਿੱਚ ਵੀ ਅਜਿਹਾ ਕੁਝ ਚੱਲ ਰਿਹਾ ਹੈ, ਇਸ ਬਾਰੇ ਸੋਚ ਕੇ ਮੈਂ ਇਨਸਾਫ ਮਿਲਣ ਦੀ ਉਮੀਦ ਤਿਆਗ ਦਿੱਤੀ ਸੀ। ਸੋਚ ਰਿਹਾ ਸਾਂ ਕਿ ਜੱਜਾਂ ਨੂੰ ਕੀ ਪਰਵਾਹ ਹੈ ਕਿ ਉਹਨਾਂ ਦੀ ਕਲਮ ਦੀ ਨੋਕ ਨਾਲ ਕਿਸੇ ਦੇ ਦਿਲ ਅਤੇ ਦਿਮਾਗ 'ਤੇ ਕੀ ਹੋਣੀ ਬੀਤਣੀ ਹੈ, ਕਿਸ ਤਰ੍ਹਾਂ ਦੀਆਂ ਝਰੀਟਾਂ ਉਸ ਦੇ ਮਨ ਮਸਤਕ ਉੱਤੇ ਪੈਣੀਆਂ ਹਨ। ਉਹਨਾਂ ਨੇ ਤਾਂ ਕੇਵਲ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਡਰਦਿਆਂ ਨੇ ਸਟੇ ਦੇਣ ਦਾ ਕੋਟਾ ਪੂਰਾ ਕਰ ਦੇਣਾ ਹੈ। ਇੱਕ ਕਿਤਾਬ ਵਿੱਚ ਪੜ੍ਹੀਆਂ ਸਤਰਾਂ ਮੈਨੂੰ ਆਪਣੇ ਆਪ 'ਤੇ ਪੂਰੀ ਤਰ੍ਹਾਂ ਢੁੱਕਦੀਆਂ ਨਜ਼ਰ ਆਈਆਂ ਕਿ ਸਾਡੇ ਦੇਸ਼ ਦੀਆਂ ਅਦਾਲਤਾਂ ਫੈਸਲੇ ਕਰਦੀਆਂ ਹਨ, ਇਨਸਾਫ ਨਹੀਂ। ਤੇ ਇਹ ਵਾਕ ਮੈਂ ਕਈ ਵਾਰ ਆਪ ਮੁਹਾਰੇ ਬੋਲ ਗਿਆ ਸਾਂ। ਆਖਰ ਘਰ ਤਾਂ ਜਾਣਾ ਹੀ ਸੀ। ਮੈਂ ਬੁਝੇ ਹੋਏ ਮਨ ਨਾਲ ਘਰ ਦੇ ਬਰੂਹੀਂ ਜਾ ਪੈਰ ਪਾਇਆ। ਜਿਵੇਂ ਕਿ ਆਮ ਹੀ ਹੁੰਦਾ ਸੀ, ਮੇਰੇ ਮੋਟਰਸਾਈਕਲ ਦੀ ਆਵਾਜ਼ ਸੁਣਦੇ ਸਾਰ ਘਰ ਦੇ ਮੇਰੇ ਦੁਆਲੇ ਇਕੱਠੇ ਹੋ ਜਾਂਦੇ ਸਨ ਤੇ ਪੁੱਛਦੇ ਸਨ, ਕੀ ਬਣਿਆ। ਉਸ ਦਿਨ ਵੀ ਇਹ ਸਭ ਕੁਝ ਪਹਿਲਾਂ ਵਾਂਗ ਹੀ ਵਾਪਰਿਆ ਸੀ। ਮੇਰਾ ਉਤਰਿਆ ਹੋਇਆ ਚਿਹਰਾ ਉਹਨਾਂ ਨੂੰ ਸੰਕੇਤ ਦੇਣ ਲੱਗ ਪਿਆ ਸੀ ਕਿ ਅੱਜ ਫਿਰ ਕੁਝ ਨਾ ਕੁਝ ਮਾੜਾ ਹੀ ਵਾਪਰਿਆ ਹੈ। ਸਟੇ ਹੋਣ ਦੀ ਗੱਲ ਸਭ ਨੂੰ ਹਜ਼ਮ ਕਰਨੀ ਔਖੀ ਹੋ ਰਹੀ ਸੀ। ਘਰ ਦਾ ਕੋਈ ਨਾ ਕੋਈ ਜੀ ਸਿਆਣਾ ਜਿਹਾ ਬਣਦਾ ਆਖ ਦਿੰਦਾ, ਤੂੰ ਆਖ ਦੇਣਾ ਸੀ ਕਿ ਗੁਰਨੇਕ ਦਾ ਤਾਂ ਆਪ ਥਾਂ ਨੱਪਿਆ ਹੋਇਆ, ਤਾਂ ਮੈਨੂੰ ਉਸ 'ਤੇ ਖਿਝ ਚੜ੍ਹਦੀ ਕਿ ਮੈਂ ਕਿੰਜ ਸਮਝਾਵਾਂ ਕਿ ਉਹ ਅਦਾਲਤ ਹੈ, ਘਰ ਨਹੀਂ। ਉੱਥੇ ਅਸੀਂ ਇਸ ਤਰ੍ਹਾਂ ਦੀ ਕੇਸ ਤੋਂ ਬਾਹਰ ਦੀ ਗੱਲ ਨਹੀਂ ਕਰ ਸਕਦੇ ਹਾਂ। ਸਾਰੀ ਦੀ ਸਾਰੀ ਗੱਲ ਕਾਨੂੰਨ ਅਨੁਸਾਰ ਹੀ ਕਰਨੀ ਪੈਂਦੀ ਹੈ। ਕਿਸ਼ਤ 125ਵੀਂ। ਚੜ੍ਹਦੇ ਲਹਿੰਦੇ ਹੋਏ ਦਿਨ ਕੁਦਰਤੀ ਸਿਧਾਂਤ ਮੁਤਾਬਕ ਲੰਘੀ ਜਾ ਰਹੇ ਸਨ। ਦਿਨੋਂ ਦਿਨ ਮੇਰੇ ਸੁਭਾਅ ਵਿੱਚ ਹੋਰ ਵਧੇਰੇ ਅੱਖੜਤਾ ਅਤੇ ਚਿੜਚਿੜਾਪਨ ਆਉਂਦਾ ਜਾ ਰਿਹਾ ਸੀ। ਹੁਣ ਘਰ ਵਿੱਚ ਖੇਡਦੇ ਬੱਚੇ ਵੀ ਮੈਨੂੰ ਭੈੜੇ ਭੈੜੇ ਲੱਗਣ ਲੱਗ ਪੈਂਦੇ ਸਨ। ਮੈਂ ਚੁੱਪ ਤੇ ਸਿਰਫ ਚੁੱਪ ਹੀ ਭਾਲਦਾ ਸਾਂ, ਪੂਰੀ ਤਰ੍ਹਾਂ ਸ਼ਾਂਤੀ। ਮੈਂ ਇਸ ਦੁਨੀਆ ਤੋਂ ਕਿਤੇ ਦੂਰ ਚਲਾ ਜਾਣਾ ਚਾਹੁੰਦਾ ਸਾਂ, ਇੰਨੀ ਦੂਰ ਕਿ ਉੱਥੇ ਕੋਈ ਵੀ ਮੈਨੂੰ ਇਸ ਮਾਮਲੇ ਬਾਰੇ ਪੁੱਛ ਦੱਸ ਨਾ ਸਕੇ। ਇਹ ਮਸਲਾ ਅਦਾਲਤ ਵਿੱਚ ਚਲੇ ਜਾਣ ਤੋਂ ਬਾਅਦ ਮੈਨੂੰ ਇਨਸਾਫ ਮਿਲਣ ਦੀ ਪੂਰੀ ਉਮੀਦ ਬੱਝ ਚੁੱਕੀ ਸੀ, ਜਿਸ ਕਾਰਨ ਮੈਨੂੰ ਆਪਣੇ ਆਪ ਨੂੰ ਖਤਮ ਕਰ ਲੈਣ ਦੇ ਖਿਆਲ ਆਉਣੇ ਘਟ ਗਏ ਸਨ। ਜਦ ਅਦਾਲਤ ਵੀ ਇਸ ਮਸਲੇ ਨੂੰ ਲਮਕਾਉਣ ਲੱਗ ਪਈ ਤਾਂ ਆਤਮ ਹੱਤਿਆ ਕਰਨ ਵਾਲੇ ਵਿਚਾਰ ਮੇਰੇ ਦਿਲ ਤੇ ਦਿਮਾਗ 'ਤੇ ਭਾਰੂ ਹੋਣੇ ਸ਼ੁਰੂ ਹੋ ਗਏ ਸਨ। ਮਨ ਵਿੱਚ ਆਉਂਦਾ ਕਿ ਇੱਥੇ ਨਿਆਂ ਕਰਨ ਵਾਲੇ ਵੀ ਵਕੀਲਾਂ ਤੋਂ ਡਰੀ ਜਾਂਦੇ ਹਨ ਅਤੇ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਸਰਕਾਰ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦਾ ਹੈ। ਫਿਰ ਆਮ ਬੰਦਾ ਜਾਵੇ ਤਾਂ ਜਾਵੇ ਕਿੱਧਰ। ਮੈਂ ਵਾਰ-ਵਾਰ ਆਪਣੇ ਖੁਦਕੁਸ਼ੀ ਵਾਲੇ ਪੱਤਰਾਂ ਨੂੰ ਸੋਧਣ ਲੱਗ ਪੈਂਦਾ ਤੇ ਕਦੇ ਕਿਸੇ ਦਾ ਨਾਮ ਸ਼ਾਮਲ ਕਰ ਦਿੰਦਾ ਤੇ ਕਦੇ ਕਿਸੇ ਦੇ ਨਾਮ 'ਤੇ ਕਾਂਟਾ ਮਾਰ ਦਿੰਦਾ ਸੀ। ਫਿਰ ਦਿਲ ਵਿੱਚ ਆਉਣ ਲੱਗ ਪੈਂਦਾ ਕਿ ਥੋੜ੍ਹੀ ਜਿਹੀ ਜਗ੍ਹਾ ਪਿੱਛੇ ਕਈ ਪਰਿਵਾਰਾਂ ਦੀ ਜ਼ਿੰਦਗੀ ਤਬਾਹ ਕਿਉਂ ਕਰਨੀ ਹੈ। ਆਪਣੀ ਕੁਝ ਦਿਨਾਂ ਦੀ ਬੇਇੱਜ਼ਤੀ ਹੀ ਕਿਉਂ ਨਾ ਸਹਾਰ ਲਵਾਂ। ਪਰ ਮੈਨੂੰ ਉਸ SP ਅਤੇ DSP 'ਤੇ ਡਾਢਾ ਗੁੱਸਾ ਚੜ੍ਹਨ ਲੱਗ ਪੈਂਦਾ ਸੀ। ਆਪਣੇ ਵਰਗੇ ਸਧਾਰਨ ਜਿਹੇ ਦਿਸਦੇ ਪੁਲਸੀਆਂ ਦੇ ਪਰਿਵਾਰਾਂ ਬਾਰੇ ਸੋਚ ਕੇ
ਮੈਂ ਇਹ ਕਦਮ ਨਹੀਂ ਉਠਾਉਣਾ ਚਾਹੁੰਦਾ ਸਾਂ, ਪਰ ਮੈਂ ਇਹ ਪੱਕੀ ਸਹੁੰ ਖਾ ਲਈ ਸੀ ਕਿ ਇਸ ਕੇਸ ਨੂੰ ਹਾਰਨ ਦੀ ਹਾਲਤ ਵਿੱਚ ਮੈਂ ਉਸ SP ਅਤੇ DSP ਨੂੰ ਕਿਸੇ ਨਾ ਕਿਸੇ ਤਰੀਕੇ ਕਰਾਰਾ ਸਬਕ ਜ਼ਰੂਰ ਸਿਖਾਵਾਂਗਾ, ਜਿਨ੍ਹਾਂ ਨੇ ਮੇਰਾ ਜਿਉਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਜਦ ਮੈਨੂੰ ਉਹਨਾਂ ਸਭ ਪਰਿਵਾਰਾਂ ਦਾ ਕੋਈ ਵੀ ਜੀਅ ਨਜ਼ਰ ਆਉਂਦਾ ਤਾਂ ਮੈਨੂੰ ਆਪਣੇ ਆਪ 'ਤੇ ਇੱਕ ਅਜੀਬ ਕਿਸਮ ਦੀ ਕਚਿਆਣ ਆਉਂਦੀ ਮਹਿਸੂਸ ਹੁੰਦੀ ਸੀ। ਗਲੀ ਦੇ ਲੋਕ ਤਾਂ ਦੂਰ, ਸਕੂਲ ਵਿੱਚ ਵੀ ਜਦ ਮੈਂ ਦੋ ਜਣਿਆਂ ਨੂੰ ਹੱਸਦੇ ਵੇਖਦਾ ਤਾਂ ਮੈਨੂੰ ਲੱਗਣ ਲੱਗ ਪੈਂਦਾ ਸੀ ਕਿ ਇਹ ਜ਼ਰੂਰ ਮੇਰੀ ਹਾਲਤ 'ਤੇ ਹੀ ਹੱਸ ਰਹੇ ਹਨ। ਚੀਜ਼ਾਂ ਰੱਖ ਕੇ ਵਿਸਰ ਜਾਣਾ ਅਤੇ ਕਈ ਵਾਰ ਗੱਲ ਕਰਦੇ ਕਰਦੇ ਹੀ ਭੁੱਲ ਜਾਣ ਦੀ ਬਿਮਾਰੀ ਨੇ ਮੈਨੂੰ ਪਹਿਲਾਂ ਨਾਲੋਂ ਵੀ ਵਧੇਰੇ ਆਪਣੀ ਜਕੜ ਵਿੱਚ ਲੈ ਲਿਆ ਸੀ। ਸਕੂਲ ਜਾਣ ਵੇਲੇ ਮੈਨੂੰ ਖਿਝ ਚੜ੍ਹਨ ਲੱਗ ਪੈਂਦੀ ਕਿ ਮੇਰੇ ਵੱਲੋਂ ਹੰਢਾਈ ਜਾ ਰਹੀ ਮਾਨਸਿਕ ਪੀੜ ਦੇ ਨਾਲ ਮੈਨੂੰ ਫਿਰ ਆਪਣੇ ਸਾਥੀਆਂ ਦੀਆਂ ਹਾਸੇ ਮਜ਼ਾਕ ਵਿੱਚ ਆਖੀਆਂ ਜਾਂਦੀਆਂ ਚੁਭਵੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਕਿਸ਼ਤ 126ਵੀਂ। ਮੇਰੀ ਮਾਨਸਿਕ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ। ਕਈ ਵਾਰ ਤਾਂ ਮੈਂ ਸਕੂਲ ਜਾਣ ਲਈ ਇੰਨਾ ਹੌਲੀ ਤਿਆਰ ਹੁੰਦਾ ਸੀ ਕਿ ਘਰ ਦੇ ਵੀ ਰੌਲਾ ਪਾਉਣ ਲੱਗ ਪੈਂਦੇ, ਉਹ ਜਲਦੀ ਤਿਆਰ ਹੋ ਜਾ, ਨਹੀਂ ਤਾਂ ਲੇਟ ਹੋ ਜਾਵੇਂਗਾ। ਇਸ ਹਾਲਤ ਵਿੱਚ ਕਈ ਵਾਰ ਮੇਰੇ ਕੱਪੜੇ ਪ੍ਰੈਸ ਹੋਣ ਤੋਂ ਰਹਿ ਜਾਂਦੇ ਤੇ ਮੈਂ ਉਸੇ ਤਰ੍ਹਾਂ ਹੀ ਵਲਾਂ ਵਾਲੇ ਕੱਪੜੇ, ਜਿਵੇਂ ਉਹ ਗੁੱਛੀ ਮੁੱਛੀ ਕਰਕੇ ਰੱਖੇ ਕਿਸੇ ਘੜੇ ਵਿੱਚੋਂ ਕੱਢੇ ਹੋਣ, ਪਾ ਕੇ ਚਲਾ ਜਾਂਦਾ ਸਾਂ। ਕਈ ਵਾਰ ਮੈਂ ਦਾੜ੍ਹੀ ਉੱਤੇ ਮਸ਼ੀਨ ਲਾਉਣੀ ਵੀ ਭੁੱਲ ਜਾਂਦਾ ਸਾਂ। ਤਿੱਖੜ ਗਰਮੀ ਵਿੱਚ ਮੁੜਕੋ ਮੁੜਕੀ ਹੋ ਕੇ ਘਰ ਪਰਤ ਕੇ ਮੰਜੇ ਉੱਤੇ ਡਿੱਗ ਹੀ ਪੈਂਦਾ ਸਾਂ। ਨਹਾਉਣਾ ਤਾਂ ਦੂਰ ਦੀ ਗੱਲ, ਸਾਰੇ ਦਿਨ ਦੀ ਜੰਮੀ ਹੋਈ ਧੂੜ ਲਾਉਣ ਲਈ ਚਿਹਰਾ ਧੋਣ ਨੂੰ ਵੀ ਜੀਅ ਨਹੀਂ ਸੀ ਕਰਦਾ। ਘਰ ਦਾ ਮਾਹੌਲ ਪਹਿਲਾਂ ਨਾਲੋਂ ਵੀ ਵੱਧ ਉਦਾਸਿਆ ਤੇ ਗਮਗੀਨ ਬਣ ਚੁੱਕਾ ਸੀ। ਇੰਜ ਭਾਸਦਾ ਸੀ ਕਿ ਖੁਸ਼ੀ ਦਾ ਸਾਡੇ ਨਾਲ ਡਾਢਾ ਵੈਰ ਪੈ ਚੁੱਕਾ ਹੈ ਤੇ ਦੁੱਖਾਂ ਨਾਲ ਪੱਕੀ ਆੜੀ, ਜਿਹੜੀ ਕਿ ਜ਼ਿੰਦਗੀ ਭਰ ਅਣਚਾਹੇ ਮਹਿਮਾਨਾਂ ਵਾਂਗ ਸਾਡੇ ਨਾਲ ਹੀ ਰਹਿਣੀ ਸੀ। ਉਹਨਾਂ ਦਿਨਾਂ ਵਿੱਚ ਹੀ ਮੇਰੇ ਚਚੇਰੇ ਭਰਾ ਅਮਰਿੰਦਰ ਦਾ ਫੋਨ ਆ ਗਿਆ। ਉਸ ਨੇ ਮੇਰੀ ਈਮੇਲ ਚੈੱਕ ਕੀਤੀ ਸੀ। ਉਹ ਦੱਸਣ ਲੱਗ ਪਿਆ ਕਿ ਉਪ ਮੁੱਖ ਮੰਤਰੀ ਵੱਲੋਂ ਇੱਕ ਮੇਲ ਆਈ ਹੈ ਅਤੇ ਆਪਣੀ ਸ਼ਿਕਾਇਤ ਖਾਰਜ ਕਰ ਦਿੱਤੀ ਗਈ ਹੈ। ਮੈਂ ਕੰਬਦੇ ਹੱਥਾਂ ਨਾਲ ਫੋਨ ਮਸਾਂ ਹੀ ਕੱਟਿਆ ਤੇ ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ, ਐਵੇਂ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਲੋਕਾਂ ਦੇ ਕਰੋੜਾਂ ਰੁਪਈਏ ਰੋੜੀ ਜਾਂਦਾ, ਇਹਨੂੰ ਕੀ ਸਮਝਦੀ ਆ ਢੀਠ ਅਫਸਰਸ਼ਾਹੀ। ਕੀ ਗੱਲ ਹੋ ਗਈ? ਕਿਹਦਾ ਫੋਨ ਸੀ? ਕੋਲ ਬੈਠੀ ਮੇਰੀ ਮਾਂ ਨੇ ਪੂਰੀ ਉਤਸੁਕਤਾ ਨਾਲ ਪੁੱਛਿਆ ਸੀ। ਕੁਝ ਨਹੀਂ ਹੋਇਆ ਮਾਂ, ਮੈਂ ਲੈਪਟਾਪ ਚੱਕ ਲਿਆਵਾਂ, ਤੁਹਾਨੂੰ ਸਾਰਾ ਕੁਝ ਦੱਸਦਾ, ਆਖ ਕੇ ਮੈਂ ਆਪਣੇ ਕਮਰੇ ਵਿੱਚੋਂ ਲੈਪਟਾਪ ਚੁੱਕਣ ਲਈ ਚਲਾ ਗਿਆ। ਮੈਨੂੰ ਭੇਜੇ ਗਏ ਜਵਾਬ ਵਿੱਚ ਲਿਖਿਆ ਗਿਆ ਸੀ ਕਿ SSP ਦੁਆਰਾ ਨਿਯੁਕਤ ਕੀਤੇ ਗਏ ਜਾਂਚ ਅਧਿਕਾਰੀ ਦੁਆਰਾ ਪਾਇਆ ਗਿਆ ਹੈ ਕਿ ਸ਼ਿਕਾਇਤਕਰਤਾ ਗਲੀ ਦੀ ਜਗ੍ਹਾ ਉੱਤੇ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਇਸ ਜਵਾਬ ਵਿੱਚ ਸਭ ਪੁਰਾਣੀਆਂ ਜਾਂਚਾਂ ਵਾਲੀਆਂ ਸਾਰੀਆਂ ਗੱਲਾਂ ਮੁੱਢ ਤੋਂ ਦੁਹਰਾਈਆਂ ਗਈਆਂ ਸਨ। ਸਿਰਫ ਇੱਕ ਹੀ ਸਤਰ ਵੱਖਰੀ ਸੀ ਕਿ ਜੇ ਤੁਸੀਂ ਇਸ ਕਾਰਵਾਈ ਤੋਂ ਖੁਸ਼ ਨਹੀਂ ਹੋ ਤਾਂ ਸਾਨੂੰ ਦੁਬਾਰਾ ਦੱਸੋ। ਸਿਰਫ ਪਿਛਲੀ ਇੱਕ ਸਤਰ ਤੋਂ ਬਿਨਾਂ ਬਾਕੀ ਸਭ ਕੁਝ ਮੇਰੇ ਲਈ ਬੇਤੁਕਾ ਤੇ ਬੇਇਨਸਾਫੀ ਵਾਲਾ ਹੀ ਸੀ। ਮਨ ਵਿੱਚ ਸਿਰਫ ਇੱਕ ਹੀ ਆਸ ਸੀ ਕਿ ਮੈਂ ਆਪਣਾ ਕੇਸ ਦੁਬਾਰਾ ਤੱਥਾਂ ਸਮੇਤ ਭੇਜਾਂਗਾ ਅਤੇ ਪੁਲਿਸ ਵਾਲਿਆਂ ਨੂੰ ਝੂਠਾ ਸਾਬਤ ਕਰ ਦੇਵਾਂਗਾ। ਕਿਸ਼ਤ 127ਵੀਂ। ਢਹਿੰਦੀਆਂ ਕਲਾਂ ਦੇ ਦਿਨਾਂ ਵਿੱਚ ਮੇਰੇ ਲਈ ਇੱਕ ਆਸ ਦੀ ਕਿਰਨ ਫਿਰ ਚਮਕੀ ਸੀ। ਹੁਣ ਮੈਂ ਆਪਣੇ ਸਾਰੇ ਸਬੂਤ ਅਤੇ ਦਸਤਾਵੇਜ਼ ਮੁੜ ਸਕੈਨ ਕਰਕੇ
ਕੇਸ ਦੁਬਾਰਾ ਤਿਆਰ ਕਰ ਲਿਆ। ਉਸ ਵਿੱਚ ਪੁਲਿਸ ਵਿਭਾਗ ਦੇ ਇੱਕ ਦਾਗੀ DSP ਦੁਆਰਾ ਕੀਤੀ ਗਈ ਸ਼ਰੇਆਮ ਧੱਕੇਸ਼ਾਹੀ ਦਾ ਜ਼ਿਕਰ ਅਤੇ ਗੁਰਨੇਕ ਦੇ ਕੀਤੇ ਗਏ ਨਜਾਇਜ਼ ਕਬਜ਼ੇ ਦੀ ਸਾਰੀ ਸਹੀ ਜਾਣਕਾਰੀ ਈਮੇਲ ਵਿਚਲੀ ਆਖਰੀ ਸਤਰ ਨੂੰ ਉਮੀਦ ਦੀ ਕਿਰਨ ਮੰਨ ਕੇ ਦੁਬਾਰਾ ਉਪ ਮੁੱਖ ਮੰਤਰੀ ਨੂੰ ਭੇਜ ਦਿੱਤੀ ਸੀ। ਪਹਿਲੀ ਸ਼ਿਕਾਇਤ ਵੇਲੇ ਤਾਂ ਅਗਲੇ ਦਿਨ ਹੀ ਮੈਨੂੰ ਕਾਰਵਾਈ ਸ਼ੁਰੂ ਕਰਨ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ, ਪਰ ਇਸ ਦੁਬਾਰਾ ਕੀਤੀ ਗਈ ਸ਼ਿਕਾਇਤ ਦਾ ਕਈ ਦਿਨ ਤੱਕ ਕੋਈ ਵੀ ਉੱਤਰ ਪਤਾ ਨਾ ਆਇਆ। ਜਦ ਕਦੇ ਮੈਂ ਆਪਣੀ ਮੇਲ ਚੈੱਕ ਕਰਦਾ ਤਾਂ ਮੈਨੂੰ ਇਸ ਸ਼ਿਕਾਇਤ ਦੇ ਜਵਾਬ ਦਾ ਇੰਤਜ਼ਾਰ ਰਹਿੰਦਾ, ਪਰ ਹਰ ਵਾਰ ਨਿਰਾਸ਼ਾ ਹੀ ਪੱਲੇ ਪੈਂਦੀ ਸੀ। ਪਤਾ ਨਹੀਂ ਇਹ ਇਨਸਾਫੀ ਬੂਹਾ ਕਿਸ ਢੰਗ ਨਾਲ ਬੰਦ ਕੀਤਾ ਹੋਇਆ ਸੀ ਕਿ ਜਿਹੜਾ ਮਜ਼ਲੂਮਾਂ ਲਈ ਖੁੱਲ੍ਹਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ। ਕਈ ਦਿਨ ਇਸ ਦਾ ਜਵਾਬ ਨਾ ਆਉਣਾ ਮੇਰੇ ਲਈ ਇੱਕ ਹੋਰ ਵੱਡੇ ਝਟਕੇ ਵਾਲੀ ਗੱਲ ਸੀ। ਝੂਠੀ ਜਿਹੀ ਤਸੱਲੀ ਦੇਣ ਵਾਲੀ ਇੱਕ ਗੱਲ ਇਹ ਵੀ ਸੀ ਕਿ ਅਸੀਂ ਹੇਠਲੀ ਅਦਾਲਤ ਦੁਆਰਾ ਸਟੇ ਕੀਤੇ ਮੁਕੱਦਮੇ ਦੀ ਅਪੀਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਪਾ ਦੇਈਏ। ਮੈਂ ਸਕੂਲ ਤੋਂ ਘਰ ਆਉਂਦੇ ਸਾਰ ਵਕੀਲ ਕੋਲ ਚਲਾ ਜਾਂਦਾ ਸਾਂ ਤਾਂ ਕਿ ਸੈਸ਼ਨ ਅਦਾਲਤ ਵਿੱਚ ਪਾਏ ਜਾਣ ਵਾਲੇ ਕੇਸ ਦੀ ਤਿਆਰੀ ਕੀਤੀ ਜਾ ਸਕੇ। ਉਹ ਮੈਨੂੰ ਲਾਰਾ ਲੱਪਾ ਲਾਈ ਰੱਖਦਾ ਸੀ ਕਿ ਅਜੇ ਤਾਂ ਬਹੁਤ ਟਾਈਮ ਪਿਆ, ਅਜੇ ਹਫ਼ਤਾ 10 ਦਿਨ ਹੋਰ ਠਹਿਰ ਜਾ। ਮੈਂ ਵੀ ਢੀਠ ਜਿਹਾ ਹੋ ਕੇ ਮਿੱਥੇ ਸਮੇਂ 'ਤੇ ਉੱਥੇ ਚਲਾ ਜਾਂਦਾ ਸਾਂ। ਉਹ ਮੈਨੂੰ ਕੋਈ ਨਾ ਕੋਈ ਨਵਾਂ ਬਹਾਨਾ ਬਣਾ ਕੇ ਟਾਲ ਦਿੰਦਾ ਸੀ। ਇੱਕ ਦਿਨ ਜਦ ਮੈਂ ਵਕੀਲ ਦੇ ਚੈਂਬਰ ਵਿੱਚ ਗਿਆ ਤਾਂ ਉੱਥੇ ਬੈਠਾ ਇੱਕ ਮਾੜਚੂ ਜਿਹਾ ਬਜ਼ੁਰਗ ਵਕੀਲ ਨਾਲ ਗੱਲਬਾਤ ਕਰ ਰਿਹਾ ਸੀ। ਮੈਨੂੰ ਆਇਆ ਵੇਖ ਕੇ ਉਹ ਚੁੱਪ ਕਰ ਗਿਆ। ਵਕੀਲ ਬੋਲਿਆ, ਕੋਈ ਨਹੀਂ ਜੀ, ਦੱਸੀ ਚੱਲੋ, ਇਹ ਆਪਣਾ ਹੀ ਭਤੀਜ ਹੈ, ਕੋਈ ਓਪਰਾ ਬੰਦਾ ਨਹੀਂ, ਦੱਸੋ ਦੱਸੋ। ਵਕੀਲ ਨੇ ਉਸ ਨੂੰ ਪਿਆਰ ਨਾਲ ਆਖਿਆ ਸੀ। 5-7 ਮਿੰਟ ਵਿੱਚ ਉਸ ਨੇ ਆਪਣੀ ਸਾਰੀ ਪੂਰੀ ਗੱਲ ਕਰ ਦਿੱਤੀ ਤੇ ਉੱਠਦਿਆਂ ਮੇਰੇ ਨਾਲ ਪੋਲਾ ਜਿਹਾ ਹੱਥ ਮਿਲਾ ਕੇ ਚਲਾ ਗਿਆ। ਉਸ ਦੇ ਚੈਂਬਰ ਤੋਂ ਬਾਹਰ ਜਾਣ ਤੋਂ ਬਾਅਦ ਵਕੀਲ ਨੇ ਮੈਨੂੰ ਪੁੱਛਿਆ, ਤੂੰ ਸੁਣੀ ਸੀ ਉਸ ਦੀ ਗੱਲ? ਨਹੀਂ ਜੀ, ਮੇਰਾ ਤਾਂ ਧਿਆਨ ਹੀ ਨਹੀਂ ਸੀ ਤੁਹਾਡੀਆਂ ਗੱਲਾਂ ਵੱਲ, ਮੈਂ ਤਾਂ ਆਪਣੇ ਹੀ ਖਿਆਲਾਂ ਵਿੱਚ ਉਲਝਿਆ ਹੋਇਆ ਸਾਂ। ਮੈਂ ਵਕੀਲ ਨੂੰ ਸੱਚੀ ਗੱਲ ਦੱਸੀ। ਸੱਚਮੁੱਚ ਹੀ ਮੇਰਾ ਭੋਰਾ ਭਰ ਵੀ ਧਿਆਨ ਉਹਨਾਂ ਦੀ ਗੱਲਬਾਤ ਵੱਲ ਨਹੀਂ ਸੀ। ਕਿਸ਼ਤ 128ਵੀਂ। ਵਕੀਲ ਉਸ ਬੰਦੇ ਦੀ ਕਹਾਣੀ ਮੈਨੂੰ ਦੱਸਣ ਲੱਗ ਪਿਆ। ਇਹ ਬੰਦਾ ਜੁਝਾਰ ਸਿੰਘ ਹੈ। ਇਹ ਰੇਲਵੇ ਵਿਭਾਗ ਵਿੱਚ ਮੁਲਾਜ਼ਮ ਸੀ ਤੇ 84 ਦੇ ਦੰਗਿਆਂ ਵੇਲੇ ਆਪਣੇ ਪਰਿਵਾਰ ਨੂੰ ਕਾਨਪੁਰ ਤੋਂ ਬੜੀ ਮੁਸ਼ਕਲ ਨਾਲ ਬਚਾ ਕੇ ਇੱਥੇ ਲੈ ਕੇ ਆਇਆ ਸੀ। ਇਸ ਨੇ ਤੇ ਇਸ ਦੀ ਪਤਨੀ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਕਈ ਰਿਸ਼ਤੇਦਾਰਾਂ ਨੂੰ ਕਤਲ ਹੁੰਦੇ ਤੇ ਜਿਉਂਦੇ ਅੱਗ ਵਿੱਚ ਸੜਦੇ ਹੋਏ ਵੇਖਿਆ ਸੀ। ਇਸ ਨੇ ਆਪਣੀ ਬਦਲੀ ਇੱਥੇ ਕਰਵਾ ਲਈ। ਬੰਦਾ ਬਹੁਤਾ ਹੀ ਇਮਾਨਦਾਰ ਹੋਣ ਕਰਕੇ ਕਈ ਬੇਈਮਾਨ ਸਹਿਕਰਮੀ ਇਸ 'ਤੇ ਔਖੇ ਭਾਰੇ ਰਹਿਣ ਲੱਗ ਪਏ। ਇੱਕ ਦਿਨ ਇਸ ਦਾ ਆਪਣੇ ਕਿਸੇ ਸਹਿਕਰਮੀ ਨਾਲ ਝਗੜਾ ਹੋ ਗਿਆ। ਝਗੜੇ ਦਾ ਕਾਰਨ ਵੀ ਸੁਣ ਲੈ। ਇਸ ਨੇ ਉਸ ਦੀ ਕੋਈ ਘਪਲੇਬਾਜ਼ੀ ਜੱਗ ਜ਼ਾਹਿਰ ਕਰ ਦਿੱਤੀ ਸੀ। ਇਸ ਗੱਲ ਤੋਂ ਔਖਾ ਹੋ ਕੇ ਉਸ ਬੇਈਮਾਨ ਨੇ ਇਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਇਸ ਦੇ ਸਾਰੇ ਟੱਬਰ ਨੂੰ ਖਤਮ ਕਰਕੇ ਰੱਖ ਦੇਵੇਗਾ। ਇਹ ਬਹੁਤ ਹੀ ਸਾਊ ਸਨ ਤੇ ਸਾਰੇ ਜੀਅ ਉਸ ਤੋਂ ਡਰਨ ਲੱਗ ਪਏ। ਇਸ ਦੀ ਪਤਨੀ ਤਾਂ ਕੁਝ ਜ਼ਿਆਦਾ ਹੀ ਬੋਝ ਮੰਨ ਗਈ। ਉਸ ਨੇ ਪਹਿਲਾਂ ਬੱਚਿਆਂ ਨੂੰ ਘਰੋਂ ਬਾਹਰ ਭੇਜਣਾ ਬੰਦ ਕਰ ਦਿੱਤਾ ਤੇ ਫਿਰ ਉਹ ਆਪ ਵੀ ਘਰ ਵਿੱਚ ਬੰਦ ਰਹਿਣ ਲੱਗ ਪਈ। ਇਹ ਆਮ ਤੌਰ 'ਤੇ ਰਾਤ ਨੂੰ ਘਰ ਆਉਂਦਾ ਸੀ। ਉਹ ਸਾਰਾ ਦਿਨ ਆਪਣੇ ਘਰ ਦਾ ਬੂਹਾ ਬੰਦ ਰੱਖਦੀ। ਇਸ ਦੀ ਪਤਨੀ ਦਾ ਮਨੋਰੋਗ ਇੰਨਾ ਜ਼ਿਆਦਾ ਵੱਧ ਗਿਆ ਕਿ ਹੌਲੀ ਹੌਲੀ ਉਸ ਨੇ ਇਸ ਵਾਸਤੇ ਵੀ ਬੂਹਾ ਖੋਲ੍ਹਣਾ ਬੰਦ ਕਰ ਦਿੱਤਾ।
ਪਹਿਲੋਂ ਪਹਿਲ ਤਾਂ ਇਸ ਨੇ ਸਮਝਿਆ ਕਿ ਕੁਝ ਦਿਨਾਂ ਵਿੱਚ ਸਭ ਕੁਝ ਠੀਕ ਹੋ ਜਾਵੇਗਾ, ਪਰ ਗੱਲ ਵਿਗੜਦੀ ਹੀ ਗਈ ਤੇ ਇਸ ਦੀ ਪਤਨੀ ਨੇ ਬੱਚਿਆਂ ਸਮੇਤ ਆਪਣੇ ਘਰ ਨੂੰ ਪੱਕੇ ਤੌਰ 'ਤੇ ਅੰਦਰੋਂ ਕੁੰਡਾ ਮਾਰ ਲਿਆ। ਇਹ ਵਿਚਾਰਾ ਰਾਸ਼ਨ ਪਾਣੀ ਲੈ ਕੇ ਬੂਹੇ ਅੱਗੇ ਰੱਖ ਆਉਂਦਾ ਤੇ ਜਦ ਉਸ ਨੂੰ ਪੱਕਾ ਯਕੀਨ ਹੋ ਜਾਂਦਾ ਕਿ ਇਹ ਚਲਾ ਗਿਆ ਹੈ, ਤਦ ਹੀ ਉਹ ਥੋੜ੍ਹਾ ਜਿਹਾ ਬੂਹਾ ਖੋਲ੍ਹ ਕੇ ਸਮਾਨ ਚੁੱਕਦੀ ਹੈ। ਜੇ ਕਿਧਰੇ ਉਸ ਨੂੰ ਮਾੜਾ ਜਿਹਾ ਸ਼ੰਕਾ ਵੀ ਹੁੰਦਾ ਕਿ ਕੋਈ ਬਾਹਰ ਖੜ੍ਹਾ, ਤਾਂ ਉਹ ਬੂਹਾ ਨਹੀਂ ਖੋਲ੍ਹਦੀ। ਕਈ ਵਾਰ ਤਾਂ ਬਾਹਰ ਰੱਖੇ ਹੋਏ ਸਮਾਨ ਨੂੰ ਕੁੱਤੇ ਜਾਂ ਪਸ਼ੂ ਵੀ ਖਾ ਜਾਂਦੇ ਆ। ਉਦੋਂ ਤੋਂ ਲੈ ਕੇ ਇਸ ਦੇ ਘਰ ਦਾ ਬੂਹਾ ਅੱਜ ਤੱਕ ਵੀ ਬੰਦ ਹੈ। ਮੈਂ ਉਸ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋਈ ਜਾ ਰਿਹਾ ਸਾਂ। ਮੇਰੇ ਚਿਹਰੇ ਉੱਤੇ ਆਏ ਭਾਵ ਨੂੰ ਮਹਿਸੂਸ ਕਰਕੇ ਉਹ ਫਿਰ ਬੋਲਿਆ, ਭਤੀਜ, ਇਹ 100% ਸੱਚ ਹੈ, ਕੋਈ ਅਤਕਥਨੀ ਨਹੀਂ। ਇਹ ਕਹਿੰਦਿਆਂ ਉਸ ਨੇ ਮੇਜ਼ ਉੱਤੇ ਆਪਣਾ ਖੱਬਾ ਹੱਥ ਮਾਰਦਿਆਂ ਆਪਣੀ ਗੱਲ ਉੱਤੇ ਪੱਕੀ ਮੋਹਰ ਲਾ ਦਿੱਤੀ ਸੀ। ਕਿਸ਼ਤ 129ਵੀਂ। ਇੱਕ ਵਾਰ ਤਾਂ ਮੈਨੂੰ ਇਹ ਕਹਾਣੀ ਅਸਲੋਂ ਹੀ ਝੂਠੀ ਜਿਹੀ ਲੱਗੀ, ਪਰ ਅਗਲੇ ਹੀ ਪਲ ਜਦ ਮੈਨੂੰ ਜ਼ੋਰਾਂ ਵਰਾਂ ਦੁਆਰਾ ਕੀਤੇ ਜਾ ਰਹੇ ਜ਼ੁਲਮ ਨਾ ਸਹਿ ਕੇ ਆਪਣੇ ਵੱਲੋਂ ਆਤਮ ਹੱਤਿਆ ਤੱਕ ਕਰ ਲਏ ਜਾਣ ਦੇ ਖਿਆਲਾਂ ਵਾਲੀ ਹਾਲਤ ਦਾ ਚੇਤਾ ਆਇਆ, ਤਾਂ ਲੱਗਾ ਕਿ ਵਾਕਿਆ ਹੀ ਚਿੰਤਾ ਬੰਦੇ ਨੂੰ ਕਿਸੇ ਵੀ ਹੱਦ ਤੱਕ ਪਾਗਲ ਕਰ ਸਕਦੀ ਹੈ। ਫਿਰ ਮੈਂ ਪੁੱਛਿਆ, ਇਹ ਇੱਥੇ ਕਿਉਂ ਆਇਆ ਸੀ? ਹੁਣ ਇਸ ਨੂੰ ਕਿਸੇ ਨੇ ਸਲਾਹ ਦਿੱਤੀ ਹੈ ਕਿ ਅਦਾਲਤ ਦਾ ਸਹਾਰਾ ਲੈ ਕੇ ਪੁਲਿਸ ਨੂੰ ਆਪਣਾ ਘਰ ਖੋਲ੍ਹ ਕੇ ਆਪਣੀ ਪਤਨੀ ਤੇ ਦੋਵਾਂ ਬੱਚਿਆਂ ਨੂੰ ਮਨੋਰੋਗਾਂ ਦੇ ਇਲਾਜ ਵਾਲੇ ਕਿਸੇ ਹਸਪਤਾਲ ਵਿੱਚ ਦਾਖਲ ਕਰਵਾਉਣ ਦੇ ਹੁਕਮ ਕਰਵਾ। ਇਹ ਵਿਚਾਰਾ ਤਾਂ ਹੀ ਆਇਆ ਸੀ। ਕੱਲ੍ਹ ਨੂੰ ਇਹਦਾ ਕੇਸ ਤਿਆਰ ਕਰਕੇ ਪਰਸੋਂ ਨੂੰ ਦਾਇਰ ਕਰਨਾ ਹੀ ਕਰਨਾ ਹੈ। ਵਕੀਲ ਨੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਸਾਰੀ ਗੱਲ ਸੁਣਾ ਦਿੱਤੀ। ਮੈਂ ਇੰਨਾ ਹੈਰਾਨ ਤੇ ਪਰੇਸ਼ਾਨ ਸਾਂ ਕਿ ਕਿਵੇਂ ਕੋਈ ਬੰਦਾ 25 ਸਾਲ ਦੇ ਕਰੀਬ ਇੱਕੋ ਘਰ ਵਿੱਚ ਕੈਦ ਰਹਿ ਸਕਦਾ ਹੈ। ਕਿਸੇ ਗਲਤ ਅਨਸਰ ਦੁਆਰਾ ਕੀਤਾ ਗਿਆ ਅਜਿਹਾ ਘਿਨਾਉਣਾ ਕੰਮ ਇੱਕ ਪਰਿਵਾਰ ਨੂੰ ਕਿਵੇਂ ਤਬਾਹ ਕਰ ਸਕਦਾ ਹੈ। ਇਸ ਦੀ ਪ੍ਰਤੱਖ ਕਹਾਣੀ ਤੇ ਉਸ ਦਾ ਮੁੱਖ ਪਾਤਰ ਮੈਂ ਆਪਣੀ ਅੱਖੀਂ ਵੇਖ ਚੁੱਕਾ ਸਾਂ। ਮੈਂ ਉਤੇਜਿਤ ਹੁੰਦੇ ਹੋਏ ਵਕੀਲ ਨੂੰ ਪੁੱਛਿਆ, ਇਸ ਬੰਦੇ ਨੇ ਧਮਕੀਆਂ ਦੇਣ ਵਾਲੇ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਨਹੀਂ ਦਰਜ ਕਰਵਾਈ? ਮੇਰਾ ਸਵਾਲ ਸੁਣ ਕੇ ਵਕੀਲ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਫਿਰ ਬੋਲਿਆ, ਤੂੰ ਵੀ ਤਾਂ ਜਾਣਦਾ ਹੀ ਹੈ, ਤੇਰੀ ਸ਼ਿਕਾਇਤ ਦਰਜ ਹੋ ਗਈ? ਨਹੀਂ ਨਾ, ਤੂੰ ਤਾਂ ਜਥੇਬੰਦੀਆਂ ਵਾਲਿਆਂ ਨੂੰ ਵੀ ਲੈ ਕੇ ਜਾਂਦਾ ਹੈ ਤੇ ਤਾਂ ਵੀ ਨਹੀਂ ਹੋ ਰਹੀ। ਹੁਣ ਮੈਨੂੰ ਦੱਸ, ਇਹ ਵਿਚਾਰਾ ਤਾਂ ਸੀ ਵੀ ਇਕੱਲਾ ਤੇ ਇਸ ਦੇ ਨਾਲ ਖੜਨ ਵਾਲਾ ਵੀ ਕੋਈ ਨਹੀਂ ਸੀ। ਹੁਣ ਤਾਂ ਮੀਡੀਆ ਵੀ ਇੰਨਾ ਆ ਗਿਆ, ਤਾਂ ਵੀ ਪੁਲਿਸ ਵਾਲੇ ਇੰਨੇ ਮੱਛਰੇ ਫਿਰਦੇ ਨੇ। ਤੂੰ ਆਪ ਹੀ ਦੱਸ, ਉਹਨਾਂ ਵੇਲਿਆਂ ਵਿੱਚ ਕਿਹਨੇ ਇਹਦੀ ਸੁਣਨੀ ਸੀ ਜਦ ਪੁਲਿਸ ਨੇ ਪੂਰੀ ਅੱਤ ਚੁੱਕੀ ਹੋਈ ਸੀ ਤੇ ਉਹਨਾਂ ਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਸੀ। ਉਸ ਨੇ ਬਹੁਤ ਹੀ ਟਿਕਾ ਟਿਕਾ ਕੇ ਸ਼ਬਦ ਬੋਲੇ ਸਨ। ਵਕੀਲ ਦੀਆਂ ਖਰੀਆਂ ਖਰੀਆਂ ਗੱਲਾਂ ਮੈਨੂੰ ਪੂਰੀ ਤਰ੍ਹਾਂ ਸੱਚ ਲੱਗਣ ਲੱਗ ਪਈਆਂ ਸਨ। ਕਿਸ਼ਤ 130ਵੀਂ। ਜਦ ਵੀ ਮੈਂ ਕਿਸੇ ਨੂੰ ਆਪਣੇ ਘਰ ਅੰਦਰ ਬੰਦ ਮਾਨਸਿਕ ਰੋਗੀ ਪਰਿਵਾਰ ਬਾਰੇ ਗੱਲ ਦੱਸਦਾ ਤਾਂ ਉਹ ਇਸ 'ਤੇ ਭੋਰਾ ਵੀ ਯਕੀਨ ਨਹੀਂ ਸੀ ਕਰਦਾ। ਸ਼ਾਇਦ ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਮੇਰੀ ਕਿਤੇ ਵੀ ਸੁਣਵਾਈ ਨਾ ਹੋਣ ਕਾਰਨ ਹੀ ਮੈਂ ਪ੍ਰਸ਼ਾਸਨ ਦੇ ਖਿਲਾਫ ਅਵਾ ਤਵਾ ਬੋਲ ਰਿਹਾ ਹਾਂ। ਇੱਕ ਦਿਨ ਸਕੂਲ ਵਿੱਚ ਦੁਪਹਿਰ ਦੀ ਰੋਟੀ ਖਾਣ ਵੇਲੇ ਚੱਲਦੀਆਂ ਗੱਲਾਂ ਵਿੱਚ ਮੈਂ ਇਹ ਗੱਲ ਆਪਣੇ ਸਟਾਫ ਵਿੱਚ ਕਰ ਬੈਠਾ। ਮੇਰਾ ਇੰਨਾ ਮਜ਼ਾਕ ਉਡਾਇਆ ਗਿਆ ਕਿ ਰਹੇ ਰੱਬ ਦਾ ਨਾਂ। ਸਾਡਾ ਕਲਰਕ ਤਾਂ ਉੱਛਲ ਹੀ ਪਿਆ ਸੀ। ਕੋਈ ਨਾ ਪੁੱਤ, ਤੇਰਾ ਵੀ ਉਹ ਵੇਲਾ ਆਉਣ ਹੀ ਵਾਲਾ ਜਦ ਤੂੰ ਵੀ ਜਿੰਦਾ ਲਾ ਕੇ ਘਰ ਦੇ ਅੰਦਰ ਬੈਠ ਜਾਏਗਾ। ਪਰ ਤੂੰ ਫਿਕਰ ਨਾ ਕਰ, ਤੈਨੂੰ ਅਸੀਂ ਅੱਧੇ ਅੱਧੇ ਸਾਲਾਂ 'ਚ ਹੀ ਬਾਹਰ ਕਢਵਾ ਲਵਾਂਗੇ। ਉਦੋਂ ਨੂੰ ਤੇਰਾ ਪੱਕੇ ਆੜੀ SP ਤੇ DSP ਵੀ ਭੁਗਤ ਚੁੱਕੇ ਹੋਣਗੇ। ਇਹ ਪੁਲਿਸੀਏ ਬਹੁਤਾ ਸਮਾਂ ਨਹੀਂ ਕੱਢਦੇ ਹੁੰਦੇ।
ਹੁਣ ਤੁਸੀਂ ਦੱਸੋ, ਇਸ ਮਹਿਕਮੇ ਵਿੱਚ ਕਿੰਨੇ ਕੁ ਬੰਦੇ ਨੌਕਰੀ ਪੂਰੀ ਕਰਦੇ ਸੁਣੇ ਆ? ਉਹ ਮੈਨੂੰ ਟਕੋਰ ਲਾਉਂਦਿਆਂ ਤੇ ਸਾਰਿਆਂ ਨੂੰ ਸੰਬੋਧਿਤ ਹੁੰਦਾ ਹੋਇਆ ਬੋਲਿਆ ਸੀ। ਕੁਦਰਤੀ ਉਸ ਦੀ ਕੀਤੀ ਗਈ ਪਿਛਲੀ ਗੱਲ ਕਾਰਨ ਸੂਈ ਪੁਲਿਸ ਵਿਭਾਗ ਤੇ ਆ ਕੇ ਟਿਕ ਗਈ ਸੀ, ਨਹੀਂ ਤਾਂ ਸਾਰਿਆਂ ਨੇ ਰਲ ਕੇ ਮੇਰਾ ਤਾਂ ਮਰਨ ਹੀ ਕਰ ਦੇਣਾ ਸੀ। ਬੇਸ਼ੱਕ ਉਸ ਤੋਂ ਬਾਅਦ ਮੇਰੇ ਉੱਪਰ ਬਹੁਤਾ ਤਵਾ ਨਹੀਂ ਸੀ ਲਾਇਆ ਗਿਆ, ਪਰ ਉਸ ਟੱਬਰ ਦੀ ਹੋਣੀ ਅਤੇ ਆਪਣੇ ਬਾਰੇ ਸੋਚ ਕੇ ਮੈਂ ਅੰਦਰੋਂ ਹੀਣ ਭਾਵ ਵਿੱਚ ਆਇਆ ਹੋਇਆ ਸਾਂ। ਹੁਣ ਸਾਰੇ ਜਣੇ ਕਲਰਕ ਦੁਆਰਾ ਪੇਸ਼ ਕੀਤੇ ਗਏ ਤੱਥ ਪੁਲਿਸ ਵਾਲਿਆਂ ਦੇ ਸੇਵਾ ਮੁਕਤ ਤੋਂ ਪਹਿਲਾਂ ਹੀ ਭੁਗਤ ਜਾਣ ਦੀ ਸੱਚਾਈ ਲੱਭਣ ਲੱਗ ਪਏ ਸਨ। ਸਾਰੇ ਜਣੇ ਆਪਣੇ ਆਪਣੇ ਪਿੰਡਾਂ ਤੇ ਇਲਾਕੇ ਵਿਚਲੇ ਬਹੁਤੇ ਪੁਲਿਸ ਵਾਲਿਆਂ ਦੀ ਉਮਰ ਅਤੇ ਮੌਤ ਬਾਰੇ ਦੱਸ ਕੇ ਉਸ ਤੱਥ ਨੂੰ ਸੱਚਾ ਕਰਨ ਵਿੱਚ ਲੱਗ ਪਏ ਸਨ। ਮੇਰੇ ਦੁਆਰਾ ਕੀਤੀ ਗਈ ਉਸ ਟੱਬਰ ਦੀ ਹੋਣੀ ਵਾਲੀ ਗੱਲ ਤਾਂ ਘੱਟੇ ਵਿੱਚ ਹੀ ਰੁਲ ਚੁੱਕੀ ਸੀ, ਪਰ ਮੇਰੇ ਸਹਿਕਰਮੀ ਸਹਿਜ ਸੁਭਾਅ ਬਹਿਸ ਵਿੱਚੋਂ ਉਪਜੇ ਉਸ ਤੱਥ ਉੱਤੇ ਪੱਕੀ ਮੋਹਰ ਲਾ ਚੁੱਕੇ ਸਨ ਕਿ ਬਹੁਤੇ ਪੁਲਿਸ ਵਾਲੇ ਆਪਣੀ ਸੇਵਾ ਮੁਕਤੀ ਤੋਂ ਪਹਿਲਾਂ ਹੀ ਜੀਵਨ ਮੁਕਤੀ ਪਾ ਜਾਂਦੇ ਹਨ।